ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ ਦਾ ਜਨਮ 1701 ਬਿਕਰਮੀ ਮੁਤਾਬਕ 1644 ਈਸਵੀ ਨੂੰ ਮੁਲਤਾਨ ਦੇ ਲਾਗੇ ਅਲੀਪੁਰ ਦੇ ਵਸਨੀਕ ਮਾਈ ਦਾਸ ਬ੍ਰਾਹਮਣ ਜੀ ਦੇ ਘਰ ਹੋਇਆ। ਆਪ ਜੀ ਭਾਈ ਦਿਆਲ ਦਾਸ ਜੀ ਜਿਹੜੇ ਚਾਂਦਨੀ ਚੌਕ ਦਿੱਲੀ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤੇ ਗਏ ਉਹਨਾਂ ਦੇ ਸਕੇ ਭਰਾ ਸਨ। ਭਾਈ ਸਾਹਿਬ ਦੇ ਪਰਿਵਾਰ ਦਾ ਪਿਆਰ ਗੁਰੂ ਘਰ ਨਾਲ ਮੁੱਢ ਤੋਂ ਸੀ। ਆਪ ਜੀ ਨੇ ਆਪਣੇ ਮਾਤਾ ਪਿਤਾ ਨਾਲ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਬਚਪਨ ਵਿੱਚ ਹੀ ਕੀਤੇ ਸਨ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਪਾਵਨ ਦਰਬਾਰ ਵਿੱਚ ਆ ਕੇ ਰਹਿਣ ਲੱਗੇ। ਆਧੁਨਿਕ ਅਤੇ ਪ੍ਰਾਤਨ ਲੇਖਕਾਂ ਨੇ ਆਪ ਜੀ ਨੂੰ ਭਾਈ ਦਿਆਲ ਦਾਸ ਜੀ ਦੇ ਸਭ ਤੋਂ ਛੋਟੇ ਭਾਈ ਦੱਸਣਾ ਕੀਤਾ ਹੈ। ਇਹ ਹੋ ਸਕਦਾ ਹੈ ਕਿ ਭਾਈ ਮਨੀ ਸਿੰਘ ਜੀ ਦੇ ਵੱਡੇ ਵਡੇਰੇ ਕਾਫੀ ਸਮਾਂ ਪਹਿਲਾਂ ਮੁਲਤਾਨ ਦਾ ਇਲਾਕਾ ਛੱਡ ਕੇ ਕੈਂਬੋਵਾਲ ਆ ਕੇ ਵਸ ਗਏ ਹੋਣ ਅਤੇ ਕੈਂਬੋਵਾਲ ਦੇ ਉਜੜਨ ਪਿੱਛੋਂ ਪਿੰਡ ਲੌਂਗੋਵਾਲ ਦੇ ਵਸਨੀਕ ਬਣ ਗਏ ਹੋਣ। ਭਾਈ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਰਹਿ ਕੇ ਵਿਦਿਆ ਪ੍ਰਾਪਤ ਕੀਤੀ। ਜਦੋਂ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਿਰਜਣਾ ਕੀਤਾ ਤਦੋਂ ਭਾਈ ਸਾਹਿਬ ਜੀ ਵੀ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਗੁਰਮੁਖੀ, ਸੰਸਕ੍ਰਿਤ, ਫਾਰਸੀ ਆਦਿਕ ਭਾਸ਼ਾਵਾਂ ਵਿੱਚ ਨਿਪੁੰਨਤਾ ਪ੍ਰਾਪਤ ਕੀਤੀ। ਗੁਰਬਾਣੀ ਦੇ ਅਰਥ ਭਾਵ ਗੁਰੂ ਸਾਹਿਬ ਪਾਸੋਂ ਸੁਰਤ ਜੋੜ ਕੇ ਸੁਣੇ ਅਤੇ ਹਿਰਦੇ ਅੰਦਰ ਵਸਾਏ। ਜਦੋਂ 6 ਪੋਹ ਸੰਮਤ 1761 ਮੁਤਾਬਕ 1704 ਈਸਵੀ ਨੂੰ ਅੱਧੀ ਰਾਤ ਸਮੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸੇ ਸਮੇਤ ਆਨੰਦਗੜ੍ਹ ਦਾ ਕਿਲਾ ਛੱਡਿਆ ਤਦ ਆਪ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਮਹਿਲਾਂ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਇਸ ਜੰਗ ਯੁੱਧ ਤੋਂ ਬਚਾ ਕੇ ਦਿੱਲੀ ਲੈ ਜਾਣ ਦਾ ਹੁਕਮ ਕੀਤਾ ਸੀ। ਸਰਸਾ ਨਦੀ ਤੋਂ ਭਾਈ ਮਨੀ ਸਿੰਘ ਜੀ ਸਤਿਗੁਰੂ ਜੀ ਨਾਲੋਂ ਨਿਕਲੇ ਅਤੇ ਬੜੀ ਸਾਵਧਾਨੀ ਨਾਲ ਦਿੱਲੀ ਪੁੱਜੇ। ਪਰ 1762 ਬਿਕਰਮੀ ਨੂੰ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਦੇ ਨਾਲ ਦਮਦਮਾ ਸਾਹਿਬ ਵਾਪਸ ਆ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋਏ। ਜਦੋਂ ਮਾਤਾ ਜੀ ਨੇ ਸਤਿਗੁਰੂ ਜੀ ਦੇ ਪਾਵਨ ਚਰਨ ਪਰਸੇ ਅਤੇ ਆਪਣੇ ਚਾਰੇ ਲਾਲ ਨਜ਼ਰੀ ਨਾ ਪੈਂਦੇ ਦੇਖ ਕੇ ਪੁੱਛਿਆ ਤਦ ਸਤਿਗੁਰੂ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਾਲ ਦੱਸ ਕੇ ਫਰਮਾਨ ਕੀਤਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਖਾਲਸੇ ਵੱਲ ਇਸ਼ਾਰਾ ਕਰਕੇ ਬਚਨ ਕੀਤਾ ਕਿ ਇਹਨਾਂ ਪਿਆਰੇ ਪੁੱਤਰਾਂ ਦੇ ਸਿਰ ਤੋਂ ਮੈਂ ਤੇਰੇ ਚਾਰੇ ਪੁੱਤਰ ਵਾਰ ਦਿੱਤੇ ਨੇ। ਜੇ ਚਾਰ ਇਸ ਜਹਾਨ ਵਿੱਚ ਨਹੀਂ ਰਹੇ ਤਾਂ ਕੀ ਹੋਇਆ ਹੈ? ਇਸ ਵੇਲੇ ਖਾਲਸਾ ਪੰਥ ਦੇ ਰੂਪ ਵਿੱਚ ਕਈ ਹਜ਼ਾਰਾਂ ਦੇ ਰੂਪ ਵਿੱਚ ਤੇਰੇ ਪੁੱਤਰ ਜੀਵਤ ਨੇ। ਇਸ ਤਰ੍ਹਾਂ ਆਖ ਕੇ ਸਤਿਗੁਰੂ ਜੀ ਨੇ ਧੀਰਜ ਦਿੱਤਾ। ਭਾਈ ਮਨੀ ਸਿੰਘ ਜੀ ਵੀ ਅਤ ਬੈਰਾਗਮਈ ਦਸ਼ਾ ਵਿੱਚ ਹੋ ਗਏ। ਜਦੋਂ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਾਰੇ ਜੰਗ ਯੁੱਧਾਂ ਵਿੱਚ ਅਤ ਪਿਆਰੇ ਖਾਲਸਾ ਜੀ ਦੀਆਂ ਸ਼ਹਾਦਤਾਂ ਦਾ ਵਰਣਨ ਸੁਣਿਆ ਤਾਂ ਮਨ ਠੱਲਿਆ ਨਾ ਜਾਵੇ। ਪਰ ਗੁਰਦੇਵ ਜੀ ਵੱਲੋਂ ਭਾਣਾ ਮੰਨਣ ਦਾ ਹੁਕਮ ਹੋਣ ਕਰਕੇ ਅੰਦਰ ਦੀ ਪੀੜਾ ਨੂੰ ਪ੍ਰਗਟ ਨਾ ਕਰ ਸਕੇ। ਦਮਦਮਾ ਸਾਹਿਬ ਦੇ ਅਸਥਾਨ ਤੇ ਸਤਿਗੁਰੂ ਜੀ ਨੇ ਫੂਲਕੀਆ ਵੰਸ਼ ਨੂੰ ਵਰਦਾਨ ਦਿੱਤੇ। ਹਜ਼ਾਰਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਜ਼ਮੀਨਾਂ ਦੇ ਮਾਲਕ ਹੋਣ ਦੇ ਵਰਦਾਨ ਦਿੱਤੇ। ਮਾਲਵੇ ਨੂੰ ਵਧਣ ਫੁੱਲਣ ਦੇ ਵਰ ਬਖਸ਼ੇ। ਇੱਥੇ ਹੀ ਸਤਿਗੁਰੂ ਜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਭਾਈ ਮਨੀ ਸਿੰਘ ਜੀ ਪਾਸੋਂ ਤਿਆਰ ਕਰਵਾਈ ਅਤੇ ਇਸ ਦੇ ਅਰਥ ਵੀ ਸਤਿਗੁਰੂ ਜੀ ਨੇ ਖਾਲਸੇ ਨੂੰ ਕਰਵਾਏ। ਭਾਈ ਮਨੀ ਸਿੰਘ ਜੀ ਨੇ ਸਤਿਗੁਰੂ ਜੀ ਵੱਲੋਂ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਝ ਅਰਥਾਂ ਨੂੰ ਇਕਾਗਰਚਿਤ ਹੋ ਕੇ ਸੰਪੂਰਨ ਰੂਪ ਵਿੱਚ ਗੁਰੂ ਕੀ ਕਾਂਛੀ ਭਾਵ ਦਮਦਮਾ ਸਾਹਿਬ ਵਿਖੇ ਹੀ ਸੁਣਿਆ। ਸਤਿਗੁਰੂ ਜੀ ਨੇ ਪਰਿਵਾਰ ਨੂੰ ਫੇਰ ਦਿੱਲੀ ਤੋੜ ਦਿੱਤਾ ਅਤੇ ਆਪ ਦੱਖਣ ਵੱਲ ਤੁਰ ਪਏ। ਬਘੋਰ ਤੋਂ ਦਿੱਲੀ ਆ ਗਏ। ਆਗਰੇ ਬਹਾਦਰ ਸ਼ਾਹ ਨੇ ਆਪ ਦੇ ਪਾਵਨ ਚਰਨ ਪਰਸੇ ਅਤੇ ਸਤਿਗੁਰੂ ਜੀ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਕੀਤੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਕੱਤਕ ਸੁਦੀ 5 ਸੰਮਤ 1765 ਨੂੰ ਜੋਤੀ ਜੋਤ ਸਮਾ ਗਏ ਤਦ ਭਾਈ ਮਨੀ ਸਿੰਘ ਜੀ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਜੀ ਪਾਸ ਰਹਿਣ ਲੱਗੇ। ਇੱਥੇ ਰਹਿ ਕੇ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅਰਥ ਸਿੰਘਾਂ ਨੂੰ ਸਿਖਾਉਣੇ ਆਰੰਭੇ ਅਤੇ ਨਿਰਮਲੇ ਮਹਾਤਮਾਵਾਂ ਨੂੰ ਵੀ ਗੁਰਬਾਣੀ ਦੇ ਗੋਹਜ ਅਰਥ ਭਾਵ ਸਮਝਾਉਣ ਦੀ ਸੇਵਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਬੰਦਾ ਸਿੰਘ ਬਹਾਦਰ ਖਾਲਸਾ ਫੌਜ ਨਾਲ ਪੰਜਾਬ ਵੱਲ ਆਇਆ। ਸਤਿਗੁਰੂ ਜੀ ਦੀ ਮਿਹਰ ਨਾਲ ਉਸ ਨੇ ਸੁੱਚਾਨੰਦ ਅਤੇ ਸੂਬੇਦਾਰ ਵਜ਼ੀਰ ਖਾਨ ਨੂੰ ਸੋਧਣਾ ਕੀਤਾ। ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਸਮਾਣੇ ਨੂੰ ਜਿੱਤਿਆ, ਸੈਯਦ ਜਲਾਲਦੀਨ ਅਤੇ ਹੋਰ ਦੁਸ਼ਟਾਂ ਦਾ ਨਾਸ਼ ਕੀਤਾ। ਸ਼ਾਹਬਾਦ, ਮੁਸਤਫਾਬਾਦ, ਸਢੌਰਾ ਅਤੇ ਅਨੇਕ ਹੋਰ ਨਗਰਾਂ ਵਿੱਚ ਵਸਦੇ ਜਾਵਰ ਹਾਕਮਾਂ ਅਤੇ ਉਹਨਾਂ ਦੇ ਦੁਸ਼ਟ ਅਹਿਲਕਾਰਾਂ ਨੂੰ ਸਜ਼ਾਏ ਮੌਤ ਦੇ ਕੇ ਕੀਤੀਆਂ ਦਾ ਫਲ ਭੁਗਤਾਇਆ। ਪਰ ਬੰਦਾ ਸਿੰਘ ਬਹਾਦਰ ਜੀ ਖੇੜੀ ਗੁਰਦਾਸ ਨੰਗਲ ਗੁਰਦਾਸਪੁਰ ਵਿੱਚ ਸਿੰਘਾਂ ਸਮੇਤ
ਮੁਗਲ ਫੌਜ ਦੇ ਘੇਰਾ ਪੈਣ ਨਾਲ ਗ੍ਰਿਫਤਾਰ ਕੀਤੇ ਗਏ। ਦਿੱਲੀ ਵਿਖੇ ਤਸੀਹੇ ਦੇ ਕੇ ਇਹਨਾਂ ਸਾਰੇ ਸਿੰਘਾਂ ਨੂੰ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ 1716 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਪਿੱਛੋਂ ਸਿਆਣੇ ਜਥੇਦਾਰ ਦੀ ਅਣਹੋਂਦ ਕਾਰਨ ਬੰਦਈ ਖਾਲਸਾ ਅਤੇ ਤਤ ਖਾਲਸਾ ਪੰਥ ਦੇ ਦੋ ਧੜੇ ਬਣ ਗਏ। ਜਦੋਂ ਮਾਤਾ ਸੁੰਦਰ ਕੌਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਦ ਪੰਥ ਦੀ ਫੁੱਟ ਮਟਾਉਣ ਲਈ ਉਹਨਾਂ ਭਾਈ ਮਨੀ ਸਿੰਘ ਜੀ ਨੂੰ ਭੇਜਿਆ। ਭਾਈ ਮਨੀ ਸਿੰਘ ਜੀ ਨੇ ਪੰਥ ਨੂੰ ਇਸ ਫੁੱਟ ਦੇ ਸ਼ਿਕਾਰ ਹੋਣ ਤੋਂ ਬਚਾ ਲਿਆ ਅਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦਾ ਪ੍ਰਬੰਧ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਸੇਵਾ ਵਜੋਂ, ਜੋ ਕਿ ਮਾਤਾ ਸੁੰਦਰ ਕੌਰ ਜੀ ਵੱਲੋਂ ਭਾਈ ਮਨੀ ਸਿੰਘ ਨੂੰ ਸੌਂਪੀ ਗਈ ਸੀ, ਉਹ ਸਾਰੇ ਪੰਥ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ। ਦਸਮ ਗੁਰਦੇਵ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤ ਸਮਾਉਣ ਪਿੱਛੋਂ ਲਗਭਗ 80 ਵਰ੍ਹੇ ਖਾਲਸਾ ਪੰਥ ਨੇ ਬਹੁਤ ਦੁੱਖ ਝੱਲੇ। ਜੋ ਕੁਰਬਾਨੀਆਂ ਘਾਲਾਂ ਘਾਲ ਕੇ ਪੰਥ ਖਾਲਸਾ ਜੀ ਨੇ ਦੇਸ਼ ਨੂੰ ਜ਼ੁਲਮ ਰਾਜ ਤੋਂ ਮੁਕਤ ਕਰਾਉਣ ਲਈ ਆਪਾ ਨਿਸ਼ਾਵਰ ਕਰਕੇ ਕੀਤੀਆਂ ਸਨ, ਸੰਸਾਰ ਦੇ ਇਤਿਹਾਸ ਵਿੱਚ ਅਜਿਹੀ ਮਿਸਾਲ ਮਿਲਣੀ ਮੁਸ਼ਕਲ ਹੈ। ਲਾਹੌਰ ਦੇ ਸੂਬੇਦਾਰਾਂ ਜ਼ਬਰਦਸਤ ਖਾਂ, ਦਲੇਰ ਜੰਗ, ਖਾਨ ਬਹਾਦਰ ਜ਼ਕਰੀਆ ਖਾਂ, ਮੀਰ ਮੰਨੂ ਅਤੇ ਮੁਰਾਗ ਬੇਗਮ ਤਥਾ ਲਖਪਤ ਰਾਏ ਆਦਿ ਸਭਨਾਂ ਨੇ ਵਾਰੂ-ਵਾਰੀ ਖਾਲਸੇ ਦੇ ਲਹੂ ਨਾਲ ਹੱਥ ਰੰਗੇ। ਖਾਲਸੇ ਦਾ ਖੁਰਾ ਖੋਜ ਮਿਟਾਉਣ ਦਾ ਕੁੱਝਾ ਯਤਨ ਕੀਤਾ। ਸਿੱਖਾਂ ਦੀ ਕਤਲੇਆਮ ਆਰੰਭੀ ਗਈ। ਅਨੇਕਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ। ਸ਼ਹੀਦਾਂ ਦੇ ਸਿਰਾਂ ਨਾਲ ਖੂਹ ਭਰੇ, ਕਈ ਮਨਾਰ ਚਿਣੇ। ਖਾਲਸਾ ਪੰਥ ਨੇ ਸਭ ਔਕੜਾਂ ਨੂੰ ਗੁਰੂ ਹੁਕਮ ਵਿੱਚ ਖਿੜੇ ਮੱਥੇ ਪ੍ਰਵਾਨ ਕੀਤਾ। ਖਾਲਸਾ ਨਿਡਰ, ਨਿਰਭੈ ਅਤੇ ਅਡੋਲ ਰਿਹਾ। ਹਜ਼ਾਰਾਂ ਸਿੰਘ ਸ਼ਹੀਦ ਉਪਰੰਤ ਵੀ ਖਾਲਸਾ ਪੰਥ ਚੜ੍ਹਦੀਆਂ ਕਲਾ ਵਿੱਚ ਰਿਹਾ। ਇਵੇਂ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਅੰਤ ਸਰਦਾਰ ਸ਼ਾਮ ਸਿੰਘ ਜੀ ਦੀ ਜਥੇਦਾਰੀ ਹੇਠ 1.5 ਲੱਖ ਖਾਲਸਾ ਫੌਜ ਨੇ ਕਸੂਰ, ਸਰਹੰਦ, ਅਟਕ ਤੋਂ ਲੈ ਕੇ ਅਵਧ ਦੀ ਸਰਹੱਦ ਤੱਕ ਇਲਾਕਾ ਸਾਂਭ ਲਿਆ। ਖਾਲਸੇ ਨੇ ਦਿੱਲੀ ਵੀ ਜਿੱਤੀ ਅਤੇ ਕਾਸਗੰਜ ਤੱਕ ਸਭ ਇਲਾਕਾ ਖਾਲਸੇ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਿਆ। ਮੁਗਲ ਰਾਜ ਅੱਖੀਂ ਨਸ਼ਟ ਹੁੰਦਾ ਵੇਖ ਕੇ ਸਰਦਾਰ ਸ਼ਾਮ ਸਿੰਘ ਜੀ ਬਿੰਜਲਪੁਰ ਵਿੱਚ ਸੰਮਤ 1778 ਨੂੰ ਸਵਰਗਵਾਸ ਹੋ ਗਏ। ਇਸ ਸਮੇਂ ਲਾਲਚ, ਰੋਹ ਜਾਂ ਡਰ ਖਾਲਸੇ ਨੂੰ ਅਸਲ ਮੰਤਵ ਤੋਂ ਥੜਕਾ ਨਾ ਸਕਿਆ। ਪਰ ਇਸ ਸਮੇਂ ਵਿੱਚ ਅਨੇਕਾਂ ਪੂਰਨ ਬ੍ਰਹਮ ਗਿਆਨੀ, ਉੱਚ ਕੋਟੀ ਦੇ ਵਿਦਵਾਨ ਮਹਾਪੁਰਸ਼ ਸ਼ਹੀਦੀ ਦਾ ਜਾਮ ਪੀ ਗਏ। ਖਾਨ ਬਹਾਦਰ ਨੇ ਚੁਣ ਕੇ ਸਿੰਘਾਂ ਨੂੰ ਸ਼ਹੀਦ ਕਰਵਾਇਆ। ਸਿੰਘਾਂ ਨੂੰ ਰਾਜ ਧਰੋਹੀ ਤਥਾ ਬਾਗੀ ਕਰਾਰ ਦਿੱਤਾ ਗਿਆ। ਤਾਰਾ ਸਿੰਘ ਵਾਂ, ਭਾਈ ਮਨੀ ਸਿੰਘ ਜੀ, ਭਾਈ ਸ਼ੁਬੇਗ ਸਿੰਘ, ਭਾਈ ਸ਼ਾਹਬਾਜ ਸਿੰਘ, ਭਾਈ ਤਾਰੂ ਸਿੰਘ ਜੀ ਤਥਾ ਵੱਡੇ ਘਲੂਘਾਰੇ ਅਤੇ ਛੋਟੇ ਘਲੂਘਾਰੇ ਵਿੱਚ ਜੇ ਗਿਣਤੀ ਕਰਨ ਲੱਗੀਏ ਤਾਂ ਲਗਭਗ 90,000 ਦੇ ਕਰੀਬਨ ਸਿੰਘ ਸਿੰਘਣੀਆਂ ਸ਼ਹੀਦ ਹੋਏ। ਅਹਿਮਦ ਸ਼ਾਹ ਨਾਲ ਯੁੱਧ ਸਮੇਂ ਬਾਬਾ ਦੀਪ ਸਿੰਘ ਜੀ ਅਤੇ ਅਨੇਕਾਂ ਹੋਰ ਸਿੰਘ ਸ਼ਹਾਦਤ ਦਾ ਬਾਟਾ ਪੀ ਗਏ। ਭਾਈ ਗੁਰਬਖਸ਼ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ ਤਰੇਣ, ਬਾਬਾ ਕਾਹਨ ਸਿੰਘ ਜੀ, ਭਾਈ ਮਤਾਬ ਸਿੰਘ ਜੀ ਮੀਰਕ ਕੁਟੀਆ, ਭਾਈ ਸੁੱਖਾ ਸਿੰਘ ਜੀ ਤਥਾ ਜੱਸਾ ਸਿੰਘ ਆਲੂਵਾਲੀਆ ਆਦਿਕ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅਣਗਿਣਤ ਸਿੰਘ ਸਿੰਘਣੀਆਂ ਭੁਝੰਗੀ, ਲਾਹੌਰ ਅਤੇ ਦਿੱਲੀ ਵਿੱਚ ਸ਼ਹੀਦ ਕੀਤੇ ਗਏ। ਪਰ ਸਭਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਸੰਪੂਰਨ ਜੀਵਨੀਆਂ ਤੇ ਜੰਗਾਂ ਯੁੱਧਾਂ ਦੇ ਕਾਰਨ ਲਿਖਤੀ ਰੂਪ ਵਿੱਚ ਸੰਭਾਲ ਨਾ ਹੋ ਸਕੀ। ਕੁਝ ਕੁ ਦੇ ਹਵਾਲੇ ਪੁਰਾਤਨ ਲਿਖਤਾਂ ਤੋਂ ਮਿਲਦੇ ਹਨ। ਇਹਨਾਂ ਦੇ ਜੀਵਨ ਖਾਲਸਾ ਪੰਥ ਲਈ ਉੱਚ ਕੋਟੀ ਦੇ ਚਾਨਣ ਮੁਨਾਰਿਆਂ ਦੇ ਤੁਲ ਹਨ, ਜਿਨ੍ਹਾਂ ਦੇ ਪ੍ਰਕਾਸ਼ ਵਿੱਚ ਟੁਰ ਕੇ ਸਾਨੂੰ ਅੱਜ ਵੀ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਹਿਮਤਾਂ ਪ੍ਰਾਪਤ ਹੋ ਸਕਦੀਆਂ ਹਨ। ਉਪਰੋਕਤ ਮਹਾਨ ਪਰਉਪਕਾਰੀ ਬਲੀਦਾਨੀਆਂ ਵਿੱਚੋਂ ਇਸ ਵੇਲੇ ਅਸੀਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਜੀਵਨ ਦਰਸ਼ਨ ਦੀ ਝਲਕ ਵਾਜ ਰਹੇ ਹਾਂ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਹੁਕਮ ਨਾਲ ਦੀਵਾਨ ਲਖਪਤ ਰਾਏ ਨੂੰ ਅੰਮ੍ਰਿਤਸਰ ਦਾ ਹਾਕਮ ਥਾਪਿਆ ਅਤੇ ਇਸ ਦੇ ਨਾਲ ਅਬਦੁਲ ਰਜ਼ਾਕ ਨੂੰ ਸ਼ਹਿਰ ਦਾ ਪ੍ਰਬੰਧਕ ਮੁਕਰਰ ਕੀਤਾ ਗਿਆ। ਇਹਨਾਂ ਦੋਨਾਂ ਨੇ ਹਰ ਪਿੰਡ ਵਿੱਚ ਇੱਕ ਗਸ਼ਤੀ ਫੌਜ ਨਿਯੁਕਤ ਕਰ ਦਿੱਤੀ। ਸੰਮਤ 1795 ਭਾਵ 1738 ਈਸਵੀ ਦੀ ਵਿਸਾਖੀ ਦਾ ਪੁਰਬ ਆ ਰਿਹਾ ਸੀ। ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇਕੱਤਰ ਹੋਣਾ ਸੀ। ਸਿੰਘਾਂ ਦਾ ਖੁਰਾ ਖੋਜ ਮਿਟਾਉਣ ਲਈ ਜ਼ਾਲਮ ਹਾਕਮ ਭਾਂਤ ਦੇ ਕੋਝੇ ਯਤਨ ਕਰ ਰਹੇ ਸਨ। ਅੰਮ੍ਰਿਤਸਰ ਵਿੱਚ ਢੋਲ ਵਜਾ ਕੇ ਲਖਪਤ ਰਾਏ ਨੂੰ ਢੰਡੋਰਾ ਪਟਵਾਇਆ ਕਿ ਜੇ ਕੋਈ ਵੀ ਬੰਦਾ ਕਿਸੇ ਸਿੰਘ ਨੂੰ ਵੇਖੇ ਤੁਰੰਤ ਉਸ ਨੂੰ ਗ੍ਰਿਫਤਾਰ ਕਰਵਾਏ, ਕੋਈ ਆਸਰਾ ਨਾ ਦੇਵੇ, ਹਰਮੰਦਰ ਵੱਲ ਵੀ ਕੋਈ ਨਾ ਜਾਵੇ। ਜਿਹੜਾ ਵੀ ਅਜਿਹਾ ਕਰਨ ਦਾ ਯਤਨ ਕਰੇਗਾ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਢੰਡੋਰਾ ਦਿੱਤੇ ਜਾਣ ਪਿੱਛੋਂ ਹਰਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ।
ਸਰੋਵਰ ਦੇ ਚੌਹੀਂ ਪਾਸੀਂ ਸਖਤ ਪਹਿਰਾ ਲਗਾ ਦਿੱਤਾ। ਪਰ ਹਿੰਦੂ ਸਾਧੂਆਂ, ਸੂਫੀ ਫਕੀਰਾਂ ਅਤੇ ਨਿਰਮਲੇ ਸਿੱਖ ਸੰਤ ਮਹਾਤਮਾਵਾਂ ਤੋਂ ਹਾਕਮ ਥੋੜਾ ਝਿਜਕਦੇ ਸਨ। ਉਹਨਾਂ ਨੂੰ ਕਰਾਮਾਤੀ ਸਮਝਦੇ ਸਨ, ਜਿਸ ਕਾਰਨ ਇਹਨਾਂ ਮਹਾਂਪੁਰਖਾਂ ਤੇ ਸਹਿਜੇ ਕੀਤੇ ਹੱਥ ਨਹੀਂ ਸਨ ਚੁੱਕਦੇ। ਉਹਨਾਂ ਭਾਈ ਮਨੀ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਗੁਰਮੁਖਾਂ ਨੂੰ ਕੁਝ ਨਾ ਆਖਿਆ। ਪਰ ਹਰਿਮੰਦਰ ਸਾਹਿਬ ਨੂੰ ਜਬਰਨ ਬੰਦ ਕਰਨ ਕਰਕੇ ਭਾਈ ਮਨੀ ਸਿੰਘ ਜੀ ਨੂੰ ਆਪਣੇ ਡੇਰਾ ਸੁਲਤਾਨਵਿੰਡ ਦੇ ਇਲਾਕੇ ਵਿੱਚ ਇੱਕ ਖੂਹ ਤੇ ਕੱਚੇ ਕੋਠਿਆਂ, ਛੰਨਾ ਢਾਰਿਆਂ ਵਿੱਚ ਠਿਕਾਣਾ ਮੱਲਣਾ ਪਿਆ। ਪਰ ਰੋਜ਼ ਨਿਤਨੇਮ ਅਨੁਸਾਰ ਗੁਰਮੁਖ ਪਿਆਰੇ ਸੰਤ ਗਿਆਨੀ ਮਹਾ ਵਿਦਵਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਅਤੇ ਗੁਰਬਾਣੀ ਦੇ ਅਰਥ ਭਾਵ ਸਿਖਾਉਂਦੇ ਅਤੇ ਸ਼ਰਧਾਲੂ ਗੁਰਸਿੱਖਾਂ ਨੂੰ ਗੁਰਸਿੱਖੀ ਦੀ ਰਹੁ ਰੀਤ ਪੜ੍ਹਾਉਂਦੇ। ਸ਼ਾਮ ਨੂੰ ਇਤਿਹਾਸਕ ਕਥਾ ਵਾਰਤਾ ਅਤੇ ਬਚਨ ਵਿਲਾਸ ਹੁੰਦੇ। ਸਾਰੇ ਸ਼ਹਿਰ ਵਿੱਚ ਭਾਈ ਮਨੀ ਸਿੰਘ ਜੀ ਨੂੰ ਅਥਾਹ ਸਤਿਕਾਰ ਮਾਣ ਪ੍ਰਾਪਤ ਸੀ। ਇਸ ਵਾਸਤੇ ਹਿੰਦੂ, ਸੂਫੀ, ਫਕੀਰ ਅਤੇ ਕਈ ਸਿੰਘ ਭੇਸ ਬਦਲ ਕੇ ਸਵੇਰ ਸ਼ਾਮ ਸਤਸੰਗ ਦਾ ਰਸ ਮਾਣਦੇ। ਹਰ ਸਮੇਂ ਇੱਥੇ ਲੰਗਰ ਚਾਲੂ ਰਹਿੰਦਾ। ਆਇਆ ਗਿਆ ਗੁਰਮੁਖ ਅੰਨ ਛਕਦਾ। ਇੱਥੇ ਭਾਈ ਸਾਹਿਬ ਜੀ ਵੱਲੋਂ ਗੁਰਮਤਿ ਪ੍ਰਚਾਰ ਦਾ ਪ੍ਰੋਗਰਾਮ ਚੱਲ ਰਿਹਾ ਸੀ। ਪਰ ਸ਼ਹਿਰ ਵਿੱਚ ਦੁਬਾਰਾ ਢੰਡੋਰਾ ਪਰਵਾਇਆ ਗਿਆ ਕਿ ਕੋਈ ਇਸਤਰੀ ਪੁਰਸ਼ ਬਾਣੀ ਨਾ ਪੜ੍ਹੇ, ਨਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇ, ਨਾ ਕਿਸੇ ਸਿੰਘ ਨੂੰ ਆਸਰਾ ਦੇਵੇ। ਜੇ ਕੋਈ ਇਸ ਹੁਕਮ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਸਜ਼ਾਏ ਮੌਤ ਦਾ ਦੰਡ ਦਿੱਤਾ ਜਾਵੇਗਾ। ਜੇ ਕੋਈ ਸਿੰਘ ਫੌਜ ਦੇ ਹੱਥ ਆਇਆ, ਉਸ ਨੂੰ ਤੁਰੰਤ ਫੜ ਲਿਆ ਗਿਆ ਤੇ ਕਤਲ ਕਰਕੇ ਉਸ ਦਾ ਸਿਰ ਦੁੱਖ ਭੰਜਨੀ ਬੇਰੀ ਤੇ ਟੰਗ ਦਿੱਤਾ ਜਾਂਦਾ ਜਾਂ ਪ੍ਰਕਰਮਾਂ ਵਿੱਚ ਸੁੱਟ ਦਿੱਤਾ ਜਾਂਦਾ, ਤਾਂ ਜੋ ਸਾਰਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਵੇ। ਹਕੂਮਤ ਪਾਸ ਇਸ ਜ਼ੁਲਮ ਵਿਰੁੱਧ ਕੋਈ ਫਰਿਆਦ ਨਹੀਂ ਕਰ ਸਕਦਾ ਸੀ। ਉਹਨਾਂ ਮਜ਼ਹਬੀ ਤਵੱਸਬ ਤੇ ਈਰਖਾ ਦੇ ਵਸ ਹੋ ਕੇ ਪ੍ਰਮਾਤਮਾ ਦੇ ਘਰ ਜੋ ਸਮੁੱਚੀ ਲੁਕਾਈ ਲਈ ਸਤਿਗੁਰੂ ਜੀ ਨੇ ਵਿਦਮਾਨ ਕੀਤਾ ਸੀ, ਇਸ ਹਰਮੰਦਰ ਨੂੰ ਵੀ ਬੰਦ ਕਰ ਦਿੱਤਾ। ਰਾਜ ਕਰਨ ਦੀ ਭੁੱਖ ਨੇ ਬੁੱਧ ਭ੍ਰਿਸ਼ਟ ਕਰ ਸੁੱਟੀ। ਤਵੱਸਬ ਦੇ ਨਸ਼ੇ ਨਾਲ ਅੰਨੇ ਹੋ ਗਏ ਹਾਕਮ। ਹੰਕਾਰ ਅਤੇ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਨੇ ਹਾਕਮਾਂ ਦੀ ਮੱਤ ਮਾਰ ਲਈ। ਉਹਨਾਂ ਗੁਰੂ ਸਾਹਿਬ ਦੀ ਵਸਾਈ ਨਗਰੀ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਲੁੱਟਣੋਂ ਵੀ ਗੁਰੇਜ਼ ਨਾ ਕੀਤਾ। ਪ੍ਰੇਮਾ ਭਗਤੀ ਤੋਂ ਸਖਣੇ, ਪ੍ਰਭੂ ਡਰ ਤੋਂ ਹੀਣੇ, ਨਿਰੀ ਰਾਜਸੀ ਸ਼ਕਤੀ ਦੇ ਮਾਲਕ ਹਾਕਮਾਂ ਨੇ ਗਰੀਬ, ਗੁਰਬੇ, ਨਿਹੱਥੇ, ਮਾਸੂਮਾਂ ਅਤੇ ਅਬਲਾਵਾਂ ਤੇ ਅਤ ਦੇ ਜ਼ੁਲਮ ਕਰਨੇ ਸ਼ੁਰੂ ਕੀਤੇ। ਇਹਨਾਂ ਘੋਰ ਪਾਪਾਂ ਬਾਰੇ ਜਦੋਂ ਗੁਰਮੁਖ ਪਿਆਰਿਆਂ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਦੱਸਿਆ ਤਾਂ ਉਹ ਸਹਾਰ ਨਾ ਸਕੇ। ਸਾਰੀ ਰਾਤ ਉਪਰਾਮਤਾ ਵਿੱਚ ਲੰਘੀ। ਪਿਛਲੇ ਜੀਵਨ ਦੇ ਸਭ ਭਿਆਨਕ ਸਾਕੇ ਅੱਖਾਂ ਅੱਗੇ ਆਉਣ ਲੱਗੇ। ਸੰਮਤ 1761 ਤੋਂ ਲੈ ਕੇ 1778 ਤੱਕ ਦੇ 17 ਵਰ੍ਹਿਆਂ ਵਿੱਚ ਵਾਪਰੀਆਂ ਘਟਨਾਵਾਂ ਭਾਈ ਸਾਹਿਬ ਜੀ ਦੀ ਸੁਰਤ ਨੂੰ ਉਪਰਾਮ ਕਰਨ ਲੱਗੀਆਂ। ਦਿੱਲੀ ਦੇ ਤਖਤ ਉੱਪਰ ਬਾਦਸ਼ਾਹ ਫਰਖਸਈਰ ਪਿੱਛੋਂ ਮੁਹੰਮਦ ਸ਼ਾਹ ਤਖਤ ਤੇ ਬੈਠਾ, ਜਿਸ ਨੇ ਅਬਦੁਲ ਸਮਦ ਖਾਨ ਦੀ ਥਾਂ ਜ਼ਕਰੀਆ ਖਾਨ ਨੂੰ ਸੂਬੇਦਾਰ ਥਾਪਿਆ। ਇਹ ਬਹੁਤ ਤਵਸਬੀ ਤੇ ਜ਼ਾਲਮ ਸੂਬੇਦਾਰ ਸੀ, ਜਿਸ ਦੇ ਹੁਕਮ ਅਨੁਸਾਰ ਲਾਹੌਰ ਵਿੱਚ ਅਨੇਕਾਂ ਸਿੰਘ ਸ਼ਹੀਦ ਕੀਤੇ ਗਏ। ਭਾਈ ਮਨੀ ਸਿੰਘ ਜੀ ਪਾਸ ਰਹਿ ਰਹੇ ਇੱਕ ਸੂਫੀ ਫਕੀਰ ਪਾਸੋਂ ਇਹ ਸਾਰਾ ਨਿਆਂ ਅਤੇ ਜ਼ੁਲਮ ਬਰਦਾਸ਼ਤ ਨਾ ਹੋ ਸਕਿਆ। ਉਸ ਨੇ ਲਖਪਤ ਰਾਏ ਅਤੇ ਕਾਜ਼ੀ ਅਬਦੁਲ ਰਜ਼ਾਕ ਦੇ ਰਹਿਣ ਵਾਲੇ ਥਾਂ ਤੇ ਪੁੱਜ ਕੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਲਲਕਾਰ ਕੇ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ ਫੋਲਿਆ ਤੇ ਆਖਿਆ ਕਿ ਤੁਹਾਡਾ ਐਸਾ ਜ਼ੁਲਮੀ ਰਾਜ ਕਿਵੇਂ ਰਹੇਗਾ, ਜਿਹੜਾ ਮਾਸੂਮ ਕੰਨਿਆਵਾਂ ਦੇ ਉੱਪਰ ਹਮਲੇ ਕਰੇ, ਕੋਮਲ ਦਿਲਾਂ ਵਾਲੇ ਭਾਵ ਕਚਕੌਲ ਦਿਲਾਂ ਉੱਤੇ ਸੱਟ ਮਾਰੇ, ਨਿਰਦੋਸ਼ ਸਿੰਘਾਂ ਉੱਤੇ ਜ਼ੁਲਮ ਕਰੇ। ਓਏ ਤੁਸੀਂ ਤਾਂ ਸ਼ੈਤਾਨ ਦੇ ਮਿੱਤਰ ਬਣ ਬੈਠੇ ਹੋ। ਤੁਸੀਂ ਗੁਰੂ ਜੀ ਦੀ ਨਗਰੀ, ਪ੍ਰਮਾਤਮਾ ਦੇ ਘਰ, ਜਿੱਥੋਂ ਦਾ ਆਬੇ ਹਯਾਤ ਜ਼ਿੰਦਗੀ ਬਖਸ਼ਦਾ ਹੈ, ਇਸ ਨਗਰੀ ਵਿੱਚ ਬੈਠ ਕੇ ਬੇਸਵਾਵਾਂ ਦਾ ਨਾਚ ਕਰਾਉਂਦੇ, ਸ਼ਰਾਬਾਂ ਕਬਾਬਾਂ ਦੀ ਵਰਤੋਂ ਕਰਦੇ ਹੋ। ਤੁਸੀਂ ਪ੍ਰਬੰਧਕ ਨਹੀਂ। ਜੇ ਖੁਦਾ ਨੇ ਤੁਹਾਨੂੰ ਤਾਕਤ ਦਿੱਤੀ ਹੈ, ਤੁਸੀਂ ਉਸ ਦਾ ਗਲਤ ਵਰਤੋਂ ਕਰਕੇ, ਲੋਕਾਂ ਉੱਪਰ ਜ਼ੁਲਮ ਕਰਕੇ ਆਪਣੇ ਪਾਪ ਦੀਆਂ ਬੇੜੀਆਂ ਨੂੰ ਭਰ ਰਹੇ ਹੋ। ਖੁਦਾ ਤੁਹਾਨੂੰ ਸਖਤ ਸਜ਼ਾ ਦੇਵੇਗਾ। ਲਖਪਤ ਰਾਏ ਅਤੇ ਅਬਦੁਲ ਰਜ਼ਾਕ ਇਸ ਸੂਫੀ ਫਕੀਰ ਦੀਆਂ ਖਰੀਆਂ ਸੁਣ ਕੇ ਕ੍ਰੋਧ ਵਿੱਚ ਤਾਂ ਆਏ, ਪਰ ਉਸ ਸੂਫੀ ਫਕੀਰ ਦੀ ਅਜ਼ਮਤ ਤੋਂ ਡਰਦੇ ਮੂੰਹੋਂ ਕੁਝ ਨਾ ਬੋਲ ਸਕੇ। ਸ਼ਹਿਰ ਵਿੱਚ ਲਿਆਂਦੀਆਂ ਨਿਰਦੋਸ਼ ਮੁਟਿਆਰਾਂ ਨੂੰ ਉਸ ਸੂਫੀ ਸਾਈਂ ਨੇ ਆਖਿਆ, ਉੱਠੋ ਬੇਟੀ, ਚਲੋ ਮੇਰੇ ਨਾਲ। ਸਾਰੀਆਂ ਮੁਟਿਆਰਾਂ ਨਾਲ ਟੁਰ ਪਈਆਂ। ਇਹ ਦੋਵੇਂ ਜ਼ਾਲਮ ਅੱਖਾਂ ਪਾੜ-ਪਾੜ ਵੇਖਦੇ ਰਹਿ ਗਏ। ਸਾਈਂ ਜੀ ਪਰਉਪਕਾਰ ਕਰਨ ਉਪਰੰਤ ਭਾਈ ਮਨੀ ਸਿੰਘ ਜੀ ਪਾਸ ਪੁੱਜੇ। ਦੂਜੇ ਦਿਨ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕਈਆਂ ਟੋਕਰੀਆਂ ਸਮੇਤ ਜਬਰਨ ਦਰਬਾਰ ਸਾਹਿਬ ਲਿਆਂਦਾ ਗਿਆ ਅਤੇ ਗੁਰੂ ਰਾਮਦਾਸ ਜੀ ਵੱਲੋਂ ਬਣਾਏ ਗਏ ਸਰੋਵਰ ਨੂੰ ਇਹਨਾਂ ਜ਼ਾਲਮਾਂ ਨੇ ਮਿੱਟੀ ਨਾਲ ਪੂਰਨਾ ਸ਼ੁਰੂ ਕਰ ਦਿੱਤਾ। ਕੁਝ ਕੁਆਣਖ ਵਾਲੇ ਕਾਰੀਗਰਾਂ ਨੇ ਸਰੋਵਰ ਨੂੰ ਲਾਈਆਂ ਇੱਟਾਂ ਉਖੇੜ ਨੂੰ ਨਾ ਕਰ ਦਿੱਤੀ। ਜਦੋਂ ਇਹਨਾਂ ਨੇਕ ਇਨਸਾਨਾਂ ਉੱਪਰ ਜਾਬਰ ਹਾਕਮਾਂ ਨੇ ਹੱਥ ਚੁੱਕਿਆ, ਤਦ ਪ੍ਰਭੂ ਜੀ ਨੇ ਭਾਣਾ ਵਰਤਾਇਆ। ਤੇਜ਼ ਹਨੇਰੀ, ਤੇਜ਼ ਝੱਖੜ ਝੁੱਲਿਆ, ਦਰਖਤਾਂ ਦੇ ਟਾਹਣ ਟੁੱਟ-ਟੁੱਟ ਡਿੱਗਣ ਲੱਗੇ।
ਸਖਤ ਬਾਰਿਸ਼ ਸ਼ੁਰੂ ਹੋ ਗਈ। ਰੱਬੀ ਤਾਕਤਾਂ ਵੱਲੋਂ ਜ਼ਾਲਮਾਂ ਨੂੰ ਦੰਡ ਦੇਣ ਲਈ ਇਹ ਇਸ਼ਾਰਾ ਦਿੱਤਾ ਗਿਆ। ਲਖਪਤ ਰਾਏ ਅਤੇ ਅਬਦੁਲ ਰਜ਼ਾਕ ਆਪਣੇ ਬਚਾਓ ਲਈ ਦੌੜੇ। ਅਚਾਨਕ ਇੱਕ ਤੇਜ਼ ਬੁੱਲਾ ਆਇਆ। ਦੋਨਾਂ ਦੇ ਪੈਰ ਉਖੜੇ ਤੇ ਧਰਤੀ ਤੇ ਡਿੱਗੇ। ਡਾਡਾਂ ਨਿਕਲ ਗਈਆਂ। ਦੋਨਾਂ ਦੀ ਜਾਨ ਮੁੱਠੀ ਵਿੱਚ ਆਈ। ਦੀਵਾਨ ਦੇ ਨੱਕ ਵਿੱਚੋਂ ਲਹੂ ਵਗਣ ਲੱਗਾ। ਕੁਝ ਸਮੇਂ ਪਿੱਛੋਂ ਹਨੇਰੀ ਮੀਂਹ ਬੰਦ ਹੋਣ ਉਪਰੰਤ ਉਹ ਘਾਬਰੀ ਹੋਈ ਦਿਸ਼ਾ ਵਿੱਚ ਆਪਣੇ ਟਿਕਾਣੇ ਪੁੱਜੇ। ਉਧਰ ਜਦੋਂ ਸ਼ਹਿਰ ਦਾ ਕੋਤਵਾਲ ਅਬਦੁਲ ਰਜ਼ਾਕ ਆਪਣੇ ਠਿਕਾਣੇ ਪੁੱਜਾ ਹੀ ਸੀ ਤਾਂ ਉਸ ਦਾ ਪੁੱਤਰ ਦਰਦ ਨਾਲ ਮੰਜੇ ਤੇ ਤੜਫ ਰਿਹਾ ਸੀ। ਪੁੱਤਰ ਦਾ ਵਿਰਲਾਪ ਨਾ ਸਹਾਰਿਆ ਭੱਜਾ ਭੱਜਾ ਭਾਈ ਮਨੀ ਸਿੰਘ ਜੀ ਪਾਸ ਪੁੱਜਾ। ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮੇਰੇ ਪੁੱਤਰ ਦੀ ਜਿਵੇਂ ਕਿਵੇਂ ਜਾਨ ਬਖਸ਼ੀ ਕਰੋ, ਤੁਸੀਂ ਅੱਲਾ ਦੇ ਕਾਮਲ ਫਕੀਰ ਹੋ। ਭਾਈ ਸਾਹਿਬ ਜੀ ਨੇ ਸਤਿਗੁਰਾਂ ਜੀ ਵੱਲੋਂ ਦਿੱਤੇ ਇਹ ਉਪਦੇਸ਼ ਕਿ ਨਾ ਕੋ ਬੈਰੀ ਨਾਹੇ ਬਗਾਨਾ, ਇਸ ਮਾਰਗ ਤੇ ਟੁਰਨ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਸੰਤ ਸਿਪਾਹੀ ਭਾਈ ਮਨੀ ਸਿੰਘ ਜੀ ਅਬਦੁਲ ਰਜ਼ਾਕ ਨਾਲ ਟੁਰ ਪਏ। ਸਭ ਵੇਖਣ ਵਾਲੇ ਹੈਰਾਨ ਸਨ ਕਿ ਇਹ ਸਿੱਖ ਕੈਸੇ ਸੰਤ ਹਨ, ਕੈਸੇ ਇਹਨਾਂ ਦਾ ਹਿਰਦਾ ਕੋਮਲ ਹੋਇਆ ਪਿਆ ਹੈ, ਵੈਰੀਆਂ ਨਾਲ ਵੀ ਪਿਆਰ ਕਰੀ ਜਾਂਦੇ ਨੇ। ਵੈਰੀ ਦਾ ਪੁੱਤਰ ਬਚਾਉਣ ਤੁਰ ਪਏ। ਅੰਮ੍ਰਿਤ ਸਰੋਵਰ ਤੋਂ ਜਲ ਮੰਗਵਾਇਆ। ਅਬਦੁਲ ਰਜ਼ਾਕ ਦੇ ਪੁੱਤਰ ਨੂੰ ਉਹ ਅੰਮ੍ਰਿਤ ਛਕਾਇਆ ਗਿਆ। ਗੁਰਬਾਣੀ ਦਾ ਪਾਠ ਸੁਣਾਇਆ, ਕੰਧ ਤੇ ਹੱਥ ਫੇਰਿਆ। ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਦਾ ਪੁੱਤਰ ਬਚ ਗਿਆ। ਅਬਦੁਲ ਰਜ਼ਾਕ ਦੇ ਮਨ ਅੰਦਰ ਭਾਈ ਮਨੀ ਸਿੰਘ ਜੀ ਦਾ ਬਹੁਤ ਸਤਿਕਾਰ ਬਣ ਗਿਆ। ਕੁਝ ਸਮਾਂ ਕਸ਼ਟਾ ਭਰਿਆ ਲੰਘਦਾ ਗਿਆ। ਇਕੱਲਾ ਦੁਕੱਲਾ ਜਿਹੜਾ ਸਿੰਘ ਇਸ਼ਨਾਨ ਕਰਨ ਅੰਮ੍ਰਿਤਸਰ ਸਰੋਵਰ ਪੁੱਜਦਾ, ਗਸ਼ਤੀ ਫੌਜ ਉਸ ਨੂੰ ਸ਼ਹੀਦ ਕਰ ਦਿੰਦੀ। ਸੰਗਤਾਂ ਨੇ ਭਾਈ ਮਨੀ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਜੇਕਰ ਅਬਦੁਲ ਰਜ਼ਾਕ ਜ਼ਕਰੀਆ ਖਾਨ ਪਾਸੋਂ ਆਗਿਆ ਲੈ ਦੇਵੇ ਤਦ ਦੀਵਾਲੀ ਦਾ ਪੁਰਬ ਸਾਰਾ ਸਿੱਖ ਖਾਲਸਾ ਪੰਥ ਧੂਮ-ਧਾਮ ਨਾਲ ਮਨਾ ਸਕਦਾ ਹੈ। ਭਾਈ ਸਾਹਿਬ ਜੀ ਨੇ ਅਬਦੁਲ ਰਜ਼ਾਕ ਨੂੰ ਸਾਧ ਸੰਗਤ ਵੱਲੋਂ ਮਤੇ ਰੂਪ ਵਿੱਚ ਆਪਣੀ ਜੋ ਇੱਛਾ ਜ਼ਾਹਰ ਭਾਈ ਸਾਹਿਬ ਨੂੰ ਕੀਤੀ ਸੀ ਉਸ ਬਾਬਤ ਦੱਸਿਆ ਅਤੇ ਉਸ ਨੂੰ ਪ੍ਰੇਰਣਾ ਦਿੱਤੀ ਕਿ ਤੂੰ ਲਾਹੌਰ ਜਾ ਕੇ ਜ਼ਕਰੀਆ ਖਾਨ ਪਾਸੋਂ ਪ੍ਰਵਾਨਗੀ ਲੈ ਕੇ ਆ। ਅਬਦੁਲ ਰਜ਼ਾਕ ਲਾਹੌਰ ਪੁੱਜਾ। ਇਸ ਪਾਪੀ ਨੇ ਜ਼ਕਰੀਆ ਖਾਨ ਨਾਲ ਰਲ ਕੇ ਸਾਜ਼ਿਸ਼ ਰਚੀ ਕਿ ਸਿੰਘਾਂ ਨੂੰ ਇਹ ਪੁਰਬ ਮਨਾਉਣ ਦੀ ਆਗਿਆ 5000 ਰੁਪਇਆ ਲੈ ਕੇ ਦੇ ਦਿੱਤੀ ਜਾਵੇ, ਪਰ ਜਦੋਂ ਸਿੰਘ ਇਕੱਠੇ ਹੋ ਜਾਣ ਤਦ ਫੌਜ ਇਕੱਠੀ ਕਰਕੇ ਅੰਮ੍ਰਿਤਸਰ ਨੂੰ ਘੇਰਾ ਪਾ ਕੇ ਹਮਲਾ ਕਰ ਦਿੱਤਾ ਜਾਵੇ। ਇਸ ਤਰ੍ਹਾਂ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਮੁਕਾਇਆ ਜਾ ਸਕਦਾ ਹੈ। ਇਸ ਗੁਪਤ ਸਾਜ਼ਿਸ਼ ਦੀ ਪੂਰੀ ਸਕੀਮ ਜ਼ਕਰੀਆ ਖਾਨ ਦੇ ਨਾਲ ਘੜ ਕੇ ਅਬਦੁਲ ਰਜ਼ਾਕ ਅੰਮ੍ਰਿਤਸਰ ਪੁੱਜਾ ਅਤੇ ਭਾਈ ਸਾਹਿਬ ਨੂੰ 5000 ਰੁਪਏ ਦੇਣ ਦਾ ਵਾਅਦਾ ਲੈ ਕੇ ਦੀਵਾਲੀ ਪੁਰਬ ਮਨਾਉਣ ਦੀ ਆਗਿਆ ਦੇ ਦਿੱਤੀ। ਉਧਰ ਭਾਈ ਮਨੀ ਸਿੰਘ ਜੀ ਨੇ ਸਭ ਸਿੰਘਾਂ ਨੂੰ ਸੇਵਾਦਾਰਾਂ ਦੇ ਹੱਥੀਂ ਪੱਤਰਕਾਵਾਂ ਲਿਖ ਕੇ ਭੇਜ ਦਿੱਤੀਆਂ ਕਿ ਲਾਹੌਰ ਦੇ ਸੂਬੇਦਾਰ ਵੱਲੋਂ ਆਗਿਆ ਮਿਲ ਗਈ ਹੈ। ਇਸ ਵਾਰ ਸਮੁੱਚਾ ਖਾਲਸਾ ਪੰਥ ਦੀਵਾਲੀ ਦਾ ਪੁਰਬ ਧੂਮ-ਧਾਮ ਨਾਲ ਮਨਾਵੇਗਾ। ਸਭ ਸੰਗਤਾਂ ਹੁਮ-ਹੁਮਾ ਕੇ ਦਰਸ਼ਨ ਦੇਣ। ਕੁਝ ਦਿਨ ਪਹਿਲਾਂ ਹਰਮੰਦਰ ਸਾਹਿਬ ਜੀ ਦੀਆਂ ਚਾਬੀਆਂ ਵੀ ਭਾਈ ਮਨੀ ਸਿੰਘ ਜੀ ਨੂੰ ਅਬਦੁਲ ਰਜ਼ਾਕ ਨੇ ਦੇ ਦਿੱਤੀਆਂ। ਸਫਾਈ ਕਰਵਾਈ ਗਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਅਜੇ 2-3 ਦਿਨ ਪੁਰਬ ਵਿੱਚ ਰਹਿੰਦੇ ਸਨ ਕਿ ਦੀਵਾਨ ਕੌੜਾ ਮੱਲ ਜੀ ਨੇ ਇੱਕ ਗੁਪਤ ਸੁਨੇਹਾ ਭੇਜ ਕੇ ਲਖਪਤ ਰਾਏ, ਜ਼ਕਰੀਆ ਖਾਨ ਅਤੇ ਅਬਦੁਲ ਰਜ਼ਾਕ ਵੱਲੋਂ ਰਚੀ ਗਈ ਇਸ ਸਾਜ਼ਿਸ਼ ਦਾ ਸਾਰਾ ਹਾਲ ਲਿਖ ਕੇ ਭਾਈ ਮਨੀ ਸਿੰਘ ਜੀ ਨੂੰ ਪਹੁੰਚਾ ਦਿੱਤਾ। ਭਾਈ ਮਨੀ ਸਿੰਘ ਜੀ ਪੱਤਰਕਾ ਪੜ੍ਹ ਕੇ ਬਹੁਤ ਹੈਰਾਨ ਹੋਏ, ਪਰ ਦੀਵਾਨ ਕੌੜਾ ਮੱਲ ਦੇ ਦਸਤਖਤ ਵੇਖ ਕੇ ਮਨ ਨੂੰ ਤਸੱਲੀ ਵੀ ਹੋ ਗਈ। ਰਾਤੋਂ ਰਾਤ ਹਰ ਥਾਂ ਦੁਬਾਰਾ ਸੁਨੇਹੇ ਭਜਾਏ ਗਏ, ਸੇਵਾਦਾਰ ਘੱਲੇ ਗਏ ਕਿ ਲਖਪਤ ਰਾਏ ਦੀ ਖਾਲਸੇ ਨੂੰ ਖਤਮ ਕਰਨ ਦੀ ਇਹ ਸਾਜ਼ਿਸ਼ ਹੈ, ਇਸ ਕਰਕੇ ਖਾਲਸਾ ਜੀ ਤੁਸੀਂ ਦੀਵਾਲੀ ਤੇ ਅੰਮ੍ਰਿਤਸਰ ਨਹੀਂ ਆਉਣਾ। ਦੀਵਾਲੀ ਦਾ ਦਿਨ ਆ ਗਿਆ। ਲਖਪਤ ਰਾਏ ਵੀ ਸ਼ਹਿਰ ਵਿੱਚ ਚੋਰੀ ਪੁੱਜ ਗਿਆ। ਉਹ ਇਸ ਤਾੜ ਵਿੱਚ ਸੀ ਕਿ ਕਦੋਂ ਉਹ ਇਹ ਖੂਨੀ ਕਾਰਾ ਕਰ ਸਕੇ ਔਰ ਇਕੱਠੇ ਹੋਏ ਖਾਲਸਾ ਪੰਥ ਨੂੰ ਘੇਰ ਕੇ ਖਤਮ ਕਰ ਦੇਵੇ। ਦੁਸ਼ਟ ਆਤਮਾ ਆਪਣੇ ਦੇਸ਼ ਵਾਸੀਆਂ, ਜਿਸ ਨੇ ਕੌਮ ਦੀ ਦੇਸ਼ ਦੀ ਅਣਖ ਨੂੰ ਜੀਵਤ ਰੱਖਣ ਵਾਸਤੇ ਗੁਲਾਮੀ ਦੀਆਂ ਗਲਾਂ ਜੰਜੀਰਾਂ ਲਾਉਣ ਵਾਸਤੇ ਲੋਕ ਭਲਾਈ ਲਈ ਆਪਣਾ ਖੂਨ ਵਹਾਇਆ ਹੋਵੇ, ਐਸੀ ਪਰਉਪਕਾਰੀ ਕੌਮ ਦੇ ਖੂਨ ਨਾਲ ਹੱਥ ਰੰਗਣ ਲਈ ਇਹ ਦੁਸ਼ਟ ਤਿਆਰ ਬਰ ਤਿਆਰ ਬੈਠਾ ਸੀ। ਅੰਮ੍ਰਿਤ ਵੇਲੇ ਸਾਧੂ ਸੰਤਾਂ ਮਹਾਤਮਾਵਾਂ ਸਮੇਤ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹਰਮੰਦਰ ਸਾਹਿਬ ਪੁੱਜੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਹੁਕਮਨਾਮਾ ਲਿਆ। ਖਾਲਸਾ ਪੰਥ ਦੀ ਰੱਖਿਆ ਵਾਸਤੇ ਹਜੂਰ ਦੇ ਚਰਨਾਂ ਵਿੱਚ ਖੜੋ ਕੇ ਅਰਦਾਸ ਕੀਤੀ। ਸਮਾਧੀ ਵਿੱਚ ਲਿਵਲੀਨ ਹੋ ਕੇ ਅੰਤਰ ਆਤਮੇ ਬਿਨੋ ਜੋਦੜੀ ਕੀਤੀ। ਦਿਨ ਚੜ੍ਹਨ ਉਪਰੰਤ ਭਾਈ ਸਾਹਿਬ ਜੀ ਨੇ ਹੁਕਮਨਾਮੇ ਦੀ ਕਥਾ ਸਾਧ ਸੰਗਤ ਨੂੰ ਸੁਣਾਈ। ਕੁਝ ਕੁ ਸੰਤ ਮਹਾਤਮਾ ਕਥਾ ਸੁਣ ਰਹੇ ਸਨ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸਭ ਪ੍ਰਕਰਮਾਂ ਅਤੇ ਆਲਾ ਦੁਆਲਾ ਗੂੰਜ ਉੱਠਿਆ। ਇਸ ਜਥੇ ਨੂੰ ਨਾ ਆਉਣ ਵਾਲੀ ਪੱਤਰਕਾ ਅਜੇ ਨਹੀਂ ਸੀ ਮਿਲੀ। ਖਾਲਸਾ ਫੌਜ ਨੇ ਝਟਪਟ ਇਸ਼ਨਾਨ ਕੀਤੇ ਅਤੇ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇੰਨੇ ਸਮੇਂ ਵਿੱਚ ਸਭਨਾਂ ਨੂੰ ਭਾਈ ਸਾਹਿਬ ਜੀ ਨੇ ਲਖਪਤ ਰਾਏ ਦੀ ਸਾਜ਼ਿਸ਼ ਬਾਬਤ ਦੱਸ ਦਿੱਤਾ। ਖਾਲਸਾ ਤੁਰੰਤ ਘੋੜਿਆਂ ਤੇ ਸਵਾਰ ਹੋਇਆ ਤੇ ਹਰਨ ਹੋ ਗਿਆ।
ਆਲੇ ਦੁਆਲੇ ਘੇਰਾ ਪਾਈ ਤੁਰਕ ਸੈਨਾ ਨਾਲ ਕੁਝ ਝੜਪਾਂ ਹੋਈਆਂ, ਪਰ ਸਿੰਘ ਫੁਰਤੀ ਨਾਲ ਉੱਥੋਂ ਨਿਕਲ ਗਏ। ਪਰੰਤੂ ਹੋਰ ਜਥੇ ਘੇਰੇ ਵਿੱਚ ਫਸ ਗਏ, ਜਿਸ ਕਾਰਨ ਕਾਫੀ ਸਿੰਘ ਸ਼ਹੀਦ ਵੀ ਹੋਏ। ਭਾਈ ਮਨੀ ਸਿੰਘ ਜੀ ਨੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਹਾਸਨ ਕਰਨ ਉਪਰੰਤ ਆਪਣੇ ਖੂਹ ਵਾਲੇ ਡੇਰੇ ਆ ਗਏ। ਤੁਰਕਾਂ ਦੀ ਫੌਜ ਦਾ ਘੇਰਾ ਸਾਰੇ ਅੰਮ੍ਰਿਤਸਰ ਦੁਆਲੇ ਰਿਹਾ, ਪਰ ਉਹਨਾਂ ਦੀ ਸਾਜ਼ਿਸ਼ ਜੋ ਉਹਨਾਂ ਬਣਾਈ ਸੀ ਉਹ ਪੂਰਨ ਰੂਪ ਵਿੱਚ ਸਫਲ ਨਾ ਹੋ ਸਕੀ। ਦੀਵਾਲੀ ਲੰਘ ਗਈ। ਲਾਹੌਰ ਵੱਲੋਂ ਪੱਤਰਕਾ ਲੈ ਕੇ ਅਬਦੁਲ ਰਜ਼ਾਕ ਭਾਈ ਸਾਹਿਬ ਪਾਸ ਪੁੱਜਾ, ਜਿਸ ਵਿੱਚ ਲਿਖਿਆ ਸੀ ਕਿ ਭਾਈ ਮਨੀ ਸਿੰਘ ਪਾਸੋਂ 5000 ਰੁਪਇਆ ਕੀਤੇ ਹੋਏ ਵਾਅਦੇ ਅਨੁਸਾਰ ਵਸੂਲ ਕੀਤਾ ਜਾਵੇ, ਜੇਕਰ ਨਾ ਦੇਣ ਤਾਂ ਤੁਰੰਤ ਗ੍ਰਿਫਤਾਰ ਕਰਕੇ ਲਾਹੌਰ ਲੈ ਆਂਦਾ ਜਾਵੇ। ਸੰਗਤਾਂ ਨੇ 5000 ਰੁਪਇਆ ਦੇ ਕੇ ਭਾਈ ਮਨੀ ਸਿੰਘ ਜੀ ਨੂੰ ਤੁਰਕਾਂ ਦੇ ਜ਼ੁਲਮਾਂ ਵੱਲੋਂ ਬਚਾਉਣਾ ਚਾਹਿਆ, ਪਰ ਭਾਈ ਮਨੀ ਸਿੰਘ ਜੀ ਨੇ ਇਹ ਗੱਲ ਪ੍ਰਵਾਨ ਨਾ ਕੀਤੀ ਤੇ ਆਖਿਆ ਕਿ ਸਾਧ ਸੰਗਤ ਜੀ, ਅਸੀਂ ਝੂਠੀ ਚੱਟੀ ਨਹੀਂ ਭਰਨੀ। ਤੁਸੀਂ ਸਭਨਾਂ ਨੇ ਅਕਾਲ ਪੁਰਖ ਦਾ ਭਾਣਾ ਮੰਨਣਾ ਹੈ। ਅਸੀਂ ਹੁਣ ਲਾਹੌਰ ਜਾ ਰਹੇ ਹਾਂ। ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਸਰਕਾਰ ਦੇ ਪਿਆਦੇ ਲਾਹੌਰ ਪੁੱਜੇ। ਅੰਮ੍ਰਿਤਸਰ ਦੇ ਬੱਚੇ ਬੱਚੇ ਦੀਆਂ ਅੱਖਾਂ ਵਿੱਚ ਹੰਝੂ ਸੀ। ਇਸਤਰੀ, ਪੁਰਸ਼, ਬਾਲ, ਬੁੱਢੇ ਸਭ ਮਾਯੂਸ ਹੋਏ ਪਿਪਲੀ ਸਾਹਿਬ ਦੇ ਅਸਥਾਨ ਤੋਂ ਵਾਪਸ ਮੁੜ ਆਏ। ਸੰਗਤਾਂ ਦੇ ਮਨਾਂ ਵਿੱਚ ਵਿਛੋੜੇ ਦੀ ਪੀੜ ਉਮੜ ਰਹੀ ਸੀ। ਇੱਕ ਮਾਤਮ ਛਾ ਗਿਆ। ਭਾਈ ਮਨੀ ਸਿੰਘ ਜੀ ਨੂੰ ਉਧਰ ਇਹਨਾਂ ਜ਼ਾਲਮਾਂ ਨੇ ਬੰਦੀਖਾਨੇ ਵਿੱਚ ਕੈਦ ਕਰਕੇ ਪਹਿਰਾ ਲਾ ਦਿੱਤਾ। ਰਾਤ ਭਾਈ ਸਾਹਿਬ ਜੀ ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਸੁਰਤ ਜੋੜ ਕੇ ਗੁਰਬਾਣੀ ਦਾ ਜਾਪ ਕਰਦੇ ਰਹੇ। ਦਿਨ ਚੜੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਖਾਨ ਬਹਾਦਰ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਕਾਜ਼ੀਆਂ ਮਲਾਣਿਆਂ ਵੱਲੋਂ ਲਾਲਚ ਦਿੱਤੇ, ਡਰਾਵੇ ਦਿੱਤੇ, ਅਨੇਕਾਂ ਪ੍ਰਸ਼ਨ ਪੁੱਛੇ। ਭਾਈ ਸਾਹਿਬ ਸਭਨਾਂ ਦੇ ਉੱਤਰ ਨਿਧੜਕ ਹੋ ਕੇ ਦਿੰਦੇ ਰਹੇ। ਸਭ ਵਚਨ ਸੱਤ ਸਨ, ਸੱਚੇ ਸਨ, ਪਰ ਉਧਰ ਮੁਤਸਬੀ ਮਲਾਣੇ ਰਾਜਮੱਧ ਵਿੱਚ ਅੰਨੇ ਹੋਏ। ਖਾਨ ਬਹਾਦਰ ਦੇ ਦਿਲਾਂ ਤੇ ਕੋਈ ਅਸਰ ਨਾ ਹੋਇਆ। ਰਾਜ, ਧਨ, ਦੌਲਤ, ਉੱਚੇ ਅਹੁਦਿਆਂ ਦੀ ਭੁੱਖ ਨੇ ਬਘਿਆੜ ਤੇ ਮਗਰਮੱਛ ਵਾਂਗੂ ਹਾਕਮਾਂ ਨੂੰ ਬਣਾ ਛੱਡਿਆ ਸੀ, ਜਿਹੜੇ ਸੰਸਾਰ ਸਾਗਰ ਵਿੱਚ ਮੂੰਹ ਅੱਡੀ ਫਿਰਦੇ ਸਨ। ਕਾਜ਼ੀਆਂ, ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ ਦੇ ਮਹਾਵਾਕ ਅਨੁਸਾਰ। ਖਾਨ ਬਹਾਦਰ ਨੇ ਭਾਈ ਸਾਹਿਬ ਤੋਂ 5000 ਮਸੂਲ ਨਾ ਦੇਣ ਦਾ ਕਾਰਨ ਪੁੱਛਿਆ। ਭਾਈ ਸਾਹਿਬ ਨੇ ਆਖਿਆ ਕਿ ਜਾਣਦੇ ਤੁਸੀਂ ਵੀ ਹੋ, ਤੁਸੀਂ ਦੀਵਾਲੀ ਦਾ ਪੁਰਬ ਮਨਾਉਣ ਨਹੀਂ ਦਿੱਤਾ। ਜਦ ਤੁਸੀਂ ਆਪਣੇ ਵਾਅਦੇ ਤੇ ਖੜੇ ਨਹੀਂ ਰਹੇ ਤੇ ਹੁਣ ਟੈਕਸ ਕਾਹਦਾ ਮੰਗਦੇ ਹੋ? ਇਹ ਧੱਕਾ, ਅਨਿਆਏ, ਜ਼ੁਲਮ ਨਹੀਂ ਹੋ ਸਕਦਾ। ਖੁਦਾ ਸਭ ਕੁਝ ਵੇਖਦਾ ਹੈ। ਕਾਜੀ, ਮੁਫਤੀ, ਸਲਾਹਕਾਰ ਸ਼ਰਅ ਦੀ ਕਿਤਾਬ ਦੇ ਹਵਾਲੇ ਸੁਣਾਉਣ ਲੱਗੇ। ਤਦ ਖਾਨ ਬਹਾਦਰ ਜ਼ਕਰੀਆ ਖਾਨ ਦੀ ਜ਼ਬਾਨ ਖੁੱਲੀ। ਉਸ ਵਿੱਚੋਂ ਜ਼ੁਲਮ ਭਰਿਆ ਹੁਕਮ ਨਿਕਲਿਆ ਕਿ ਭਾਈ ਮਨੀ ਸਿੰਘ ਮਹੰਤ ਹਰਮੰਦਰ ਅੰਮ੍ਰਿਤਸਰ ਦੀਵਾਲੀ ਦੇ ਮੇਲੇ ਦਾ ਟੈਕਸ 5000 ਨਹੀਂ ਦੇ ਸਕਿਆ, ਤੇ ਜੇ ਇਸ ਨੂੰ ਦੀਨ ਕਬੂਲਣ ਲਈ ਆਖਿਆ ਤੇ ਉਸ ਤੋਂ ਵੀ ਇਨਕਾਰੀ ਹੈ। ਨਾ ਤਾਂ ਇਹ ਦੀਨ ਕਬੂਲਣ ਲਈ ਤਿਆਰ ਹੈ, ਨਾ ਟੈਕਸ ਦੇ ਰਿਹਾ ਹੈ। ਇਸ ਦੇ ਉਲਟ ਇਹ ਹਕੂਮਤ ਦੇ ਵਿਰੁੱਧ ਬੜੀ ਜੁਰਤ ਦਿਖਾ ਰਿਹਾ ਹੈ। ਇਸ ਕਰਕੇ ਇਸ ਵਾਸਤੇ ਇਸ ਨੂੰ 9 ਲੱਖਾ ਚੌਕ ਲਾਹੌਰ ਵਿੱਚ ਲੋਕਾਂ ਦੇ ਸਾਹਮਣੇ ਅੰਗ ਅੰਗ ਕੱਟ ਕੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ। ਇਹ ਹੁਕਮ ਸੁਣ ਕੇ ਭਾਈ ਸਾਹਿਬ ਮੁਸਕਰਾਏ। ਜ਼ਕਰੀਆ ਖਾਨ ਹੁਕਮ ਦੇ ਕੇ ਦਰਬਾਰ ਵਿੱਚੋਂ ਚਲਿਆ ਗਿਆ। ਕਾਜ਼ੀਆਂ ਨੇ ਦੁਬਾਰਾ ਮੁਸਲਮਾਨ ਬਣਨ ਜਾਂ 5000 ਰੁਪਏ ਟੈਕਸ ਦੇਣ ਲਈ ਭਾਈ ਸਾਹਿਬ ਨੂੰ ਆਖਿਆ ਔਰ ਬੇਅੰਤ ਪ੍ਰਕਾਰ ਦਾ ਯਤਨ ਕਰਦੇ ਰਹੇ, ਪਰ ਕੋਈ ਵੀ ਇਹਨਾਂ ਦਾ ਯਤਨ ਸਫਲ ਨਾ ਰਿਹਾ। ਬ੍ਰਹਮ ਗਿਆਨੀ, ਸੰਤ ਸਿਪਾਹੀ, ਗੁਰੂ ਕੇ ਲਾਡਲੇ ਭਾਈ ਮਨੀ ਸਿੰਘ ਜੀ ਨੂੰ ਇਹ ਮੁਗਲ ਸਿੱਖੀ ਸਿਦਕ ਤੋਂ ਡੁਲਾ ਨਾ ਸਕੇ। ਭਾਈ ਸਾਹਿਬ ਜੀ ਨੂੰ ਲਾਹੌਰ ਦੇ 9 ਲੱਖੇ ਚੌਂਕ ਦੇ ਖੁੱਲੇ ਮੈਦਾਨ ਵਿੱਚ ਲੈ ਆਂਦਾ ਗਿਆ। ਹਜ਼ਾਰਾਂ ਲੋਕ ਦੂਰ ਦੂਰ ਮਾਯੂਸੀ ਵਿੱਚ ਘਿਰੇ ਉਦਾਸ ਖੜੇ ਤੱਕ ਰਹੇ ਨੇ। ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਡੁੱਲਣ ਨੂੰ ਤਿਆਰ ਨੇ, ਪਰ ਹਕੂਮਤ ਦੇ ਭੈ ਕਾਰਨ ਅਣਡੁੱਲੇ ਅਥਰੂ ਅੱਖਾਂ ਅੰਦਰ ਹੀ ਗਮ ਦੇ ਮਾਰੇ ਅਲੋਪ ਹੋ ਗਏ। ਕੋਈ ਵੀ ਹਾਂ ਦਾ ਨਾਰਾ ਮਾਰਨ ਵਾਲਾ ਉੱਥੇ ਨਾ ਰਿਹਾ। ਲੋਕ ਹੈਰਾਨ ਸਨ ਕਿ ਮਜਬੀ ਤਵੱਸਬ ਸ਼ੈਤਾਨੀ ਹਾਕਮ ਆਪਣੀ ਹਕੂਮਤ ਕਾਇਮ ਰੱਖਣ ਦੀ ਖਾਤਰ ਖਾਮਖਾ ਨਿਰਦੋਸ਼ ਮਹਾਪੁਰਖ ਸੰਤ ਬਿਰਤੀ ਵਾਲੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਰਹੇ ਨੇ। ਭਾਈ ਮਨੀ ਸਿੰਘ ਜੀ ਨੂੰ ਖੁੱਲੇ ਮੈਦਾਨ ਵਿਚਕਾਰ ਬਿਠਾਇਆ, ਸੰਗਲ ਖੋਲ ਦਿੱਤੇ। ਕਾਜੀ ਖੜੇ ਨੇ ਜਿਹੜੇ ਆਪਣੇ ਆਪ ਨੂੰ ਸੱਚੇ ਈਮਾਨ ਵਾਲੇ ਸਮਝਦੇ ਪਏ ਨੇ, ਪਰ ਲਾਲਚ, ਹਉਮੈ, ਖੁਦੀ, ਤਕੱਬਰੀ, ਤਵੱਸਬ ਦੇ ਕਾਰਨ ਗਿਆਨ ਰੂਪੀ ਅੱਖਾਂ ਤੋਂ ਅੰਨੇ ਉਹ ਸੱਚੇ ਸੁੱਚੇ ਦੀਨਦਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜੇ ਹੋਏ ਖਾਲਸਾ ਜੀ ਨੂੰ ਪਛਾਣ ਨਾ ਸਕੇ। ਜਲਾਦ ਨੇ ਆਪਣਾ ਕੰਮ ਸ਼ੁਰੂ ਕੀਤਾ। ਉਂਗਲਾਂ ਦੇ ਪੋਟਿਆਂ ਤੋਂ ਜ਼ਾਲਮਾਂ ਨੇ ਬੰਦ-ਬੰਦ ਕੱਟਣੇ ਸ਼ੁਰੂ ਕੀਤੇ। ਭਾਈ ਸਾਹਿਬ ਜੀ ਜਪਜੀ ਦਾ ਪਾਠ ਮਧੁਰ ਧੁਨੀ ਵਿੱਚ ਉਚਾਰਦੇ ਰਹੇ। ਜਦੋਂ ਤੱਕ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਅੰਤਲੀਆਂ ਪੰਕਤੀਆਂ ਦਾ ਉਚਾਰਨ ਸੰਪੂਰਨ ਹੋਇਆ। ਜਲਾਦ ਵੀ
ਭਾਈ ਸਾਹਿਬ ਦੇ ਹੁਕਮ ਅਨੁਸਾਰ, ਕਿਉਂਕਿ ਜਦੋਂ ਜਲਾਦ ਭਾਈ ਸਾਹਿਬ ਦੇ ਗੁੱਟ ਨੂੰ ਵੱਢਣ ਲੱਗਾ ਤਾਂ ਭਾਈ ਸਾਹਿਬ ਨੇ ਹੱਥ ਫੜ ਲਿਆ ਕਿ ਤੂੰ ਆਪਣੇ ਮਾਲਕ ਦੀ ਹੁਕਮ ਅਦੂਲੀ ਕਰ ਰਿਹਾ, ਤੈਨੂੰ ਹੁਕਮ ਹੈ ਬੰਦ ਕੱਟਣ ਦਾ ਤੇ ਤੂੰ ਅੰਗ ਕੱਟਣ ਲੱਗ ਪਿਆ ਹੈ। ਇਸ ਕਰਕੇ ਤੂੰ ਆਪਣੀ ਕਾਰ ਆਪਣੇ ਮਾਲਕ ਦੇ ਹੁਕਮ ਅਨੁਸਾਰ ਕਰ ਤੇ ਮੈਨੂੰ ਆਪਣੇ ਮਾਲਕ ਦੇ ਹੁਕਮ ਵਿੱਚ ਡਟਿਆ ਰਹਿਣ ਦੇ। ਤਦ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਅਤੇ ਸਹਿਜੇ ਸਹਿਜੇ ਵਜਦ ਵਿੱਚ ਪਿਆਰ ਵਿੱਚ ਜਿਉਂ-ਜਿਉਂ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਗਏ ਨੇ ਅਤੇ ਤਿਉਂ-ਤਿਉਂ ਉਹ ਜਲਾਦ ਭਾਈ ਸਾਹਿਬ ਦਾ ਬੰਦ ਕੱਟਦਾ ਗਿਆ। ਜਦ ਬਾਣੀ ਦੀ ਸੰਪੂਰਨਤਾ ਹੋਈ ਕਿ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਸ ਵੇਲੇ ਉਹ ਬੰਦ ਕੱਟਦਾ ਹੋਇਆ ਜਲਾਦ ਸੀਸ ਉੱਪਰ ਵਾਰ ਕਰਨ ਲਈ ਪੁੱਜਿਆ। ਅੰਤ ਜਲਾਦ ਦੀ ਤਲਵਾਰ ਦਾ ਵਾਰ ਹੋਇਆ, ਸੀਸ ਧੜ ਨਾਲੋਂ ਜੁਦਾ ਹੋ ਗਿਆ। ਇਵੇਂ ਬ੍ਰਹਮ ਗਿਆਨੀ, ਗੁਰਬਾਣੀ ਦੇ ਗਿਆਤਾ, ਸੰਤ ਸਿਪਾਹੀ, ਗੁਰੂ ਕੇ ਲਾਡਲੇ ਗੁਰੂ ਵਿੱਚ ਅਭੇਦਤਾ ਪ੍ਰਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ। ਸੱਚਖੰਡ ਅਕਾਲ ਪੁਰਖ ਜੀ ਦੀ ਪਾਵਨ ਗੋਦ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਆ ਬਰਾਜੇ। ਆਖਦੇ ਨੇ ਕਿ ਲਾਲ ਹਨੇਰੀ ਆਈ ਜਿਸ ਨੇ ਪਾਪੀਆਂ ਦੀ ਕਾਲੀ ਕਰਤੂਤ ਦੀ ਪ੍ਰਤੱਖ ਰੂਪ ਵਿੱਚ ਲੋਕਾਂ ਦੇ ਦਿਲਾਂ ਅੰਦਰ ਹਾਹਾਕਾਰ ਦੀ ਦਿਲ ਚੀਰਵੀਂ ਸੱਦ ਪੈਦਾ ਕੀਤੀ ਕਿ ਇਹ ਜ਼ੁਲਮੀ ਰਾਜ ਹੁਣ ਖਤਮ ਹੋਣ ਵਾਲਾ ਹੈ। ਇਹ ਸਾਕਾ ਹਾੜ ਸੁਦੀ ਪੰਜਵੀਂ ਸੰਮਤ 1795 ਮੁਤਾਬਕ 1738 ਈਸਵੀ ਨੂੰ ਲਾਹੌਰ ਵਿਖੇ ਹੋਇਆ। ਇਹ ਖਾਲਸਾ ਜੀ, ਭਾਈ ਸਾਹਿਬ ਜੀ ਦੀ ਪਾਵਨ ਸ਼ਹਾਦਤ ਤੋਂ ਇਹ ਦ੍ਰਿੜ ਨਿਸ਼ਚਾ ਸਤਿਗੁਰੂ ਜੀ ਸਾਨੂੰ ਵੀ ਬਖਸ਼ਣ ਤਾਂ ਜੋ ਅਸੀਂ ਵੀ ਖੁਦਗਰਜੀ, ਲੋਭ, ਲਾਲਚ, ਹਉਮੈ, ਮਾਇਆ ਦਾ ਤਿਆਗ ਕਰਕੇ ਆਪਣਾ ਜੀਵਨ ਪੰਥ ਖਾਲਸਾ ਜੀ ਦੇ ਮਾਰਗ ਤੇ ਟੁਰਦਿਆਂ ਬਤੀਤ ਕਰੀਏ ਅਤੇ ਸਿਮਰਨ, ਭਜਨ, ਨਾਮ ਬਾਣੀ ਦਾ ਅਭਿਆਸ ਕਰਕੇ ਸੱਚੇ ਸੁੱਚੇ ਸੰਤ ਖਾਲਸਾ ਬਣੀਏ।